अस्सलाम वालेकुम की हाल ने उम्मीद करदा तुसीं सारे खैर खैरियत नाल होवोगे। लो जी अज जुम्मतुल मुबारक दा दिन है ते कोई 11 क वज गए ने सौ के उठदे ही ते हुण असीं जाण ਦੀਆਂ ਤਿਆਰੀਆਂ ਕਰ ਰਹੇ ਹਾਂ क्योंकि मामू जी कह रहे ਸੀ कि नहीं जान देना पर ਅਸੀਂ ਕਿਹਾ ਜੀ ਨਹੀਂ ਜ਼ਰੂਰੀ ਕੰਮ ਹੈ ਥੋੜਾ ਜਿਹਾ ਤੇ ਇਸ ਵਜ੍ਹਾ ਤੋਂ ਮੈਨੂੰ ਹੁਣ ਇਜਾਜ਼ਤ ਦਿਓ ਅਸੀਂ ਜਾਣਾ ਕੱਲ ਦੇ ਅਸੀਂ ਆਏ ਹੋਏ ਸੀ ਰਾਤ ਦਾ ਸਟੇ ਇੱਥੇ ਸੀਗਾ ਤੇ ਹੁਣ ਮਾਮੂ ਜੀ ਅਸੀਂ ਫਿਰ ਜਾਈਏ ਨਿਕਲੀਏ ਸਾਨੂੰ ਹੁਣ ਇਜਾਜ਼ਤਾਂ ਦਿਓ ਤੁਸੀਂ ਮੈਂ ਤਾਂ ਨਾ ਇੱਥੇ ਸਾਡੇ ਕੋਲੇ ਰੋਜੇ ਰੱਖੋ ਬਾਬਾ ਸ਼ੁਕਰ ਮੇਲਾ ਲੱਗਾ ਹੋਇਆ ਅੱਛਾ ਉੱਥੇ ਵੀ ਦੋਵੇਂ ਜਣੇ ਜਾ ਕੇ ਬੋਰ ਹੀ ਹੁੰਦੇ ਜੀ ਆ ਭੈਣ ਸਾਹਿਬ ਕੋ ਪੁੱਛੋ ਜਿਹੜੇ ਬਾਕੀ ਕੰਮ ਨੇ ਭੈਣ ਨੂੰ ਇੱਥੇ ਅੱਧੇ ਮੂੰਹ ਤੇ ਧੁੱਪ ਆਈ ਤੇ ਅੱਧੇ ਤੇ ਛਾਂ ਹੈ ਤੇ ਉੱਥੇ ਨੱਕ ਜਿਹਾ ਚੜਿਆ ਪਿਆ ਕੰਮ ਨਹੀਂ ਬੇਸਿਕਲੀ ਨਾ ਹੁਣ ਕੰਮ ਨੇ ਥੋੜੇ ਜਿਹੇ ਤੇ ਇਸ ਵਜ੍ਹਾ ਤੋਂ ਹੁਣ ਫੇਰਾ ਲਾਉਂਦੇ ਰਹਿੰਦੇ ਆਪਾਂ ਠੀਕ ਹੈ ਅੱਗੇ ਵਾਮ ਕਹਿੰਦੀ ਕਿ ਤੁਸੀਂ ਹੁਣ ਰੋਜ਼ ਦਿਹਾੜੀ ਮੂੰਹ ਚੱਕ ਕੇ ਤੁਰੇ ਰਹਿੰਦੇ ਵਾਮ ਨੂੰ ਕੀ ਮਸਲਾ ਤੇ ਹੁਣ ਜਿਹੜਾ ਨਾ ਥੋੜੇ ਕੰਮ ਨੇ ਛੋਟੇ ਮੋਟੇ ਤੇ ਉਹ ਵੀ ਨਾਲ ਕਰਨੇ ਨੇ ਸਾਰਾ ਕੁਝ ਨਾਲ ਨਾਲ ਹੀ ਚੱਲਦਾ ਫਿਰ ਹੁਣ ਬਾਕੀ ਫਿਰ ਚੱਕਰ ਲਾਵਾਂਗੇ ਉੱਠੋ ਹੁਣ ਮੇਰਾ ਬੈਗ ਫੜ ਲਓ ਤੇ ਚਲੀਏ ਆਪਦਾ ਬੈਗ ਬੁੱਕ ਫੜੋ ਨਿਕਲੀਏ ਤਿਆਰੀਆਂ ਕਰੀਏ ਹਾਂ ਬਰਤਨ ਪਾਓ ਬੈਗ ਦੇ ਵਿੱਚ ਬਰਤਨ ਪਾਓ ਤੇ ਤਿਆਰੀਆਂ ਵਰਤੋ ਮਿੰਟ ਮਾਰੋ ਭਾਂਡੇ ਢੀਡੇ ਸਾਂਭੋ ਹਾਂ ਭਾਂਡੇ ਢਿੰਡੇ ਜਿੰਨੇ ਵੀ ਤੁਹਾਡੇ ਹੈ ਨੇ ਉਹ ਸਾਰੇ ਇਕੱਠੇ ਕਰੋ ਜਿਹੜੇ ਕੱਲ ਵੀ ਲੇਟੇ ਸੀ ਅੱਜ ਵੀ ਲੇਟੋ ਦੁਬਾਰਾ ਤੁਹਾਡਾ ਜੀ ਕਰਦਾ ਜਾਣ ਨੂੰ ਕੋਈ ਨਹੀਂ ਪੇਕਿਆਂ ਤੋਂ ਛੱਡ ਕੇ ਦਿਲ ਤਾਂ ਕਰਦਾ ਪੇਕਿਆਂ ਤੇ ਰਹਿਣ ਨੂੰ ਅੱਛਾ ਪਰ ਇੰਨਾ ਵੀ ਪੇਕਿਆਂ ਨੂੰ ਅੱਗੋਂ ਨਹੀਂ ਲਾ ਲਈਦੀਆਂ ਧੀਆਂ ਵੀ ਜਿਹੜਾ ਹਰ ਵੇਲੇ ਤੰਗ ਹੀ ਕੀਤੀ ਰੱਖਣਾ ਅੱਛਾ ਚਲੋ ਉੱਠੋ ਫਿਰ ਮਿਲੋ ਬਾਜੀ ਤੰਗ ਕਰਨਾ ਨਹੀਂ ਚਾਹੀਦਾ ਉੱਠ ਕੇ ਮੇਲ ਮਿਲਾਪ ਕਰੋ ਆਪਦਾ ਤੇ ਚਲੀਏ ਆਪਣੇ ਘਰ ਨੇ ਫਿਰ ਪੇਕਿਆਂ ਨੂੰ ਆਏ ਖੁਸ਼ੀ ਨਾਲ ਆਉਣ ਖੁਸ਼ੀ ਨਾਲ ਜਾਣ ਤੇ ਫਿਰ ਇੱਜ਼ਤ ਜ਼ਿਆਦਾ ਹੁੰਦੀ ਹੈ ਤੇ ਜਿਹੜਾ ਕਿ ਹਰ ਵੇਲੇ ਟੱਕੇ ਰਹੋ ਉਹ ਗੱਲ ਨਹੀਂ ਚੰਗੀ ਚਲੋ ਉੱਠ ਪੋ ਫਿਰ ਹੁਣ ਧੁੱਪ ਬੜੀ ਚੜੀ ਆਈ ਹੈ ਜੁਮਾ ਆਪਣਾ ਮੈਨੂੰ ਲੱਗਦਾ ਪਿਆ ਕਿ ਪੂਰੇ ਟਾਈਮ ਤੇ ਸ਼ਾਇਦ ਪੜਿਆ ਜਾਵੇ ਜਾਂ ਨਾ ਪੜਿਆ ਜਾਵੇ ਰਾਹ 'ਚ ਹੀ ਰਹਿ ਜਾਵੇ ਕਿਉਂਕਿ ਇੱਥੇ ਬਹਿ ਕੇ ਤੇ ਟਾਈਮ ਬਹੁਤ ਲੱਗ ਜਾਂਦਾ 10 ਮਿੰਟਾਂ ਦਾ ਰਾਹ ਤੁਹਾਡਾ 10 ਮਿੰਟਾਂ ਦਾ ਰਾਹ ਨਿਗਾ ਹੈ ਨਾ ਜਿੰਨੀ ਮਿੱਟੀ ਉੱਡਦੀ ਤੇ ਜਿੰਨੀਆਂ ਟਰਾਲੀਆਂ ਚੱਲਦੀਆਂ ਨੇ ਨਾ ਇਹ 10 ਮਿੰਟਾਂ ਵਾਲਾ ਅੱਧੇ ਘੰਟੇ 'ਚ ਪਹੁੰਚ ਜਾਂਦਾ ਅੱਧਾ ਘੰਟਾ ਜਾ ਕੇ ਨਹਾਣਾ ਚਲਾ ਤੇ ਨੀਂਦ ਨਹੀਂ ਉਤਰਨ ਡਈ ਅਜੇ ਤੇ ਮੂੰਹ ਧੋਤਾ ਤੇ ਅੱਖਾਂ ਜੇ ਨਾ ਬੰਦ ਹੋਈ ਜਾ ਰਹੀਆਂ 1 ਵਜੇ ਵਾਲੀ ਰੁਟੀਨ ਜਿਹੜੀ ਨਾ ਉਹ ਕੰਮ ਬੜਾ ਖਰਾਬ ਕਰਦੀ ਬੰਦੇ ਦਾ ਨੀਂਦ ਮਿਲਾ ਤੁਹਾਡੀ ਨਹੀਂ ਪੂਰੀ ਹੋਈ ਨਹੀਂ ਮੇਰੀ ਤਾਂ ਪੂਰੀ ਹੋ ਗਈ ਆ ਤੁਸੀਂ ਕਹੋ ਮੇਰੀ ਫੁੱਲਾਂ ਵਾਲੀ ਕੁੜਤੀ ਹੋਈ ਵੱਖੀਆਂ ਤਾਂ ਤੰਗ ਇਹ ਮੈਨੂੰ ਕਿਹਾ ਵੀ ਮੈਂ ਕਿਹਾ ਮੈਨੂੰ ਇਹ ਕੱਪੜੇ ਤੰਗ ਹੋਏ ਪਏ ਦਾ ਦੇ ਨਹੀਂ ਕਹਿੰਦੇ ਕਿ ਤੂੰ ਇਹ ਹੀ ਪਾਣੇ ਨੇ ਅੱਛਾ ਮੈਨੂੰ ਧੱਕੇ ਨਾ ਪਵਾਏ ਕੱਪੜੇ ਢਿੱਡ ਵੇਚ ਤੋਂ ਮੇਲੋ ਛੇਤੀ ਕਰੋ ਆਜੋ ਟਾਈਮ ਬਹੁਤ ਹੋ ਗਿਆ ਮੈਨੂੰ ਜ਼ਹਿਨ ਸਹਿਨ ਵੀ ਆ ਗਏ ਨੇ ਆਜੋ ਮਿੰਟ ਮਾਰੋ ਚੰਗਾ ਜੀ ਹੁਣ ਮੈਨੂੰ ਵੀ ਦਿਓ ਇਜਾਜ਼ਤ ਅੱਲਾ ਦੇ ਵਾਲੇ ਫਿਰ ਮਿਲਾਂਗੇ ਕਿੱਦਾਂ ਢਿੱਡ ਵੱਜੇ ਨਹੀਂ ਇਧਰੋਂ ਸਪੀਡ ਛੋਟੀ ਹੈ ਕੋਈ ਛੋਟਾ ਖੈਰ ਹੈ ਕੁਛ ਨਹੀਂ ਹੁੰਦਾ ਇਹਦੇ ਨਾਲ ਕਿਹੜਾ ਕੋਈ ਬੰਦੇ ਦੀ ਚਾਲ 'ਚ ਫਰਕ ਪੈਂਦਾ ਚੰਗਾ ਵੀ ਆਮਨਾ ਮੈਨੂੰ ਲੱਗਦਾ ਇਹ ਨੀਂਦ ਚ ਹੈ ਨਹੀਂ ਆਮਨਾ ਫਰੈਸ਼ ਹੈ ਚੰਗਾ ਜੀ ਹੁਣ ਜਾ ਕੇ ਫਿਰ ਮਿਲਦੇ ਹਾਂ 1 hour later ਲੋ ਜੀ ਫਾਈਨਲੀ ਅਸੀਂ ਪਹੁੰਚ ਗਏ ਬਿਸਮਿਲ੍ਲਾ अस्सलाम वालेकुम ਇਸ ਘਰ ਦੇ ਵਿੱਚ ਜਿਹੜਾ ਕੋਈ ਨਹੀਂ ਰਹਿ ਰਿਹਾ ਇਸ ਟਾਈਮ ਉਹਨੂੰ ਸਾਰਿਆਂ ਜਿਹੜਾ ਕੋਈ ਨਹੀਂ ਰਹਿ ਰਿਹਾ ਸਾਰਿਆਂ ਨੂੰ अस्सलाम वालेकुम ਜੁਮੇ ਦਾ ਟਾਈਮ ਹੋ ਚੁੱਕਾ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਂ ਲੇਟ ਹੋ ਗਿਆ ਤੇ ਹੁਣ ਜਿਹੜਾ ਨਾ ਜੁਮਾ ਬਸ ਭੱਜ ਦੌੜ ਚ ਪੜਿਆ ਜਾਣਾ ਠੀਕ ਹੈ ਤੇ ਨਹੀਂ ਟਾਈਮ ਹੈ ਪਰ ਜਾ ਤੂੰ ਖੁਤਬਾ ਹੋਣੇ ਬਸ ਮੈਂ ਨਿਕਲਣ ਲੱਗਾ ਮੋਬਾਈਲ ਦੀ ਬੈਟਰੀ ਲੋ ਇਸ ਵੇਲੇ ਮੈਂ ਚਾਰਜ ਕਰਕੇ ਘਰੇ ਚਾਰਜਿੰਗ ਤੇ ਲਾ ਕੇ ਲੋ ਜੀ ਪਹਿਲਾ ਜੁਮਾ ਪੜਿਆ ਗਿਆ ਮਾਸ਼ਾਅੱਲਾ ਤੇ ਸਾਰੇ ਭਰਾਵਾਂ ਨੂੰ ਜਿਹੜਾ ਨਾ ਰਮਜ਼ਾਨ ਮੁਬਾਰਕ ਦਾ ਪਹਿਲਾ ਜੁਮਾ ਬਹੁਤ ਬਹੁਤ ਮੁਬਾਰਕ ਹੋਵੇ ਤੇ ਜੀ ਘਰੇ ਪਹੁੰਚ ਗਏ ਆਪਾਂ ਪਹਿਲੇ ਮੈਂ ਕਿਹਾ ਸੀ ਚਾਰਜਿੰਗ ਤੇ ਲਾ ਜਾਈਏ ਫਿਰ ਮੈਂ ਕਿਹਾ ਚਲੋ ਲੈ ਹੀ ਜਾਣੇ ਨਾਲ अस्सलाम वालेकुम ਅੱਛਾ ਤੇ ਹੁਣ ਕੀ ਬਣਾ ਰਹੇ ਜੇ ਫਿਰ ਅੱਜ ਇਫਤਾਰੀ ਦੇ ਵਿੱਚ ਬੜਾ ਸਮਾਨ ਸਮੂਨ ਕੱਟਿਆ ਪਿਆ ਸਮਾਨ ਇੰਨਾ ਜ਼ਿਆਦਾ ਤਾਂ ਕੋਈ ਨਹੀਂ ਕੱਟਿਆ ਤੇ ਹੈ ਹੀ ਨਹੀਂ ਸਮਾਨ ਤੇ ਕੱਟਣਾ ਕੀ ਸੀ ਆ ਲੈਣਾ ਤੇ ਲਾਈਆਂ ਪਏ ਨੇ ਯਾਰ ਕੱਟ ਕੇ ਉਹ ਤੇ ਵੈਸੇ ਹੀ ਬਣਾ ਕੇ ਰੱਖਣ ਲੱਗੀ ਸੀ ਮੈਂ ਕਿਹਾ 4-5 ਦਿਨ ਤੱਕ ਚੱਲ ਜਾਏਗਾ ਇੱਕੋ ਵਾਰੀ ਫਿਰ ਇੰਨਾ ਬਣਾ ਕੇ ਤੋਂ ਨਹੀਂ ਰੋਜ਼ ਦਾ ਬਿਲਕੁਲ ਬਣਦਾ ਇੱਕ ਵਾਰੀ ਬਣਾ ਕੇ ਰੱਖ ਦਿਆਂਗੀ ਸਮੋਸੇ ਤੇ ਰੋਜ਼ ਕਹਿਣਾ ਤੇ 2 ਜਾਂ 3 ਬਣਾ ਦਿੱਤੇ ਉਹ ਸਮਾਨ ਬਣਾ ਕੇ ਕੱਟ ਕੇ ਰੱਖਿਆ ਤੇ ਪੱਟੀਆਂ ਤਾਂ ਆਪਣੇ ਘਰ ਨਹੀਂ ਹੈ ਉਹ ਲਿਆ ਦੇ ਨਾ ਸ਼ਾਬਾਸ਼ ਤੇ ਕਿਹਾ ਹੈ ਨਾ ਫੇਰ ਫਟੀਕ ਪਾ ਦੀ ਮੈਂ ਆਖਿਆ ਵੀ ਆ ਤਾਂ ਸਿਰ ਦਰਦ ਮੈਂ ਕਿਹਨੂੰ ਕਹਾਂ ਤੈਨੂੰ ਕਹਿਣਾ ਨਾ ਅੱਜ ਯਾਰ ਮਾਂ ਜੀ ਅੱਜ ਨਾ ਸਿਰ ਦਰਦ ਕਰਦਾ ਪਿਆ ਕੁਛ ਨਹੀਂ ਹੁੰਦਾ 5 ਮਿੰਟ ਲੱਗਣੇ ਆ 5 ਮਿੰਟ ਬਾਜ਼ਾਰ ਜਾਣਾ ਪੈਣਾ 5 ਮਿੰਟ ਲਾ ਕੇ ਨਾਲੇ ਲੈ ਆਈ ਕੇਲੇ ਫਰੂਟ ਚਾਟ ਚ ਕੋਈ ਨਹੀਂ ਹੈ ਤੇ ਇੱਕ ਨਾਰ ਲੈ ਆਈ ਤੇ ਨਾਲ ਫਿਰ ਇੱਕ ਕੀ ਲੈ ਕੇ ਆਉਣਾ ਸੀ ਭਲਾ ਇੱਕ ਨਾਰ ਲੈ ਆਵਾਂ ਇੱਕ ਨਾਰ ਬੜਾ ਇੱਕ ਨਾਰ ਕਾਫੀ ਆ ਮਹਿੰਗੇ ਬਹੁਤ ਆ ਅੱਛਾ ਇੱਕ ਨਾਰ ਲੈਂਦੇ ਆ ਉਹਦਾ ਕੋਈ ਇੱਕ ਨਾਰ ਮੰਗਦੇ ਸ਼ਰਮ ਨਹੀਂ ਹੋਣੀ ਨਹੀਂ ਇੱਕ ਨਾਰ ਹੀ ਇੱਕ ਨਾਰ ਨੂੰ ਜਾ ਕੇ ਬੰਦਾ ਕਵੇ ਇੱਕ ਨਾਰ ਦੇ ਸ਼ਰਮ ਵਾਲੀ ਗੱਲ ਨਹੀਂ ਹੈ ਆਵਾਜ਼ ਹੈ ਉਹਨਾਂ ਨੇ ਕਹਿਣਾ ਭਾਈ ਬੰਦਾ ਵੇ ਕਿੱਡਾ ਤੂੰ ਇੱਕ ਨਾਰ ਲੈਂਦੇ
ਜੇ ਅਗਰ ਜੇਬ ਤੇਰੀ ਇਜਾਜ਼ਤ ਦਿੰਦੀ ਆ ਤਾਂ ਮੇਰੇ ਵੱਲੋਂ ਕਿਲੋ ਲੈ ਆਈ। ਆ ਵੀ ਹੁਣ ਇੱਕ ਨਾਰ ਦਾ ਕੀ ਲੈਣਾ ਵੀ ਕਹਿੰਦੇ ਇੱਕ ਨਾਰ ਮੈਂ ਜਾ ਕਹਾਂ ਭਾਈ ਇੱਕ ਨਾਰ ਦੇ ਉਹ ਮੈਨੂੰ ਕੋਈ ਇੱਕ ਚਪੇੜ ਦੇਵੇ ਕਹੇ ਭਾਈ ਸ਼ਰਮ ਜੇ ਫੇਰ ਦਵੇਗਾ ਜਿੰਨੀ ਅਗਲੇ ਦੀ ਹੋਵੇ ਜੇਬ ਇਜਾਜ਼ਤ ਦਿੰਦੀ ਉਹਨੀਆਂ ਚੀਜ਼ਾਂ ਮੰਗਣੀਆਂ ਨਾ। ਠੀਕ ਹੈ ਦੂਸਰਾ ਕੇਲੇ ਲੈ ਲੈਣੇ ਥੋੜੇ ਜਿਹਾ ਅਨਾਰ ਕੇਲੇ ਸੇਬ ਤੇ ਪਏ ਹੋਏ ਤੇ ਸੇਬ ਹੈਗੇ ਆ ਖਰਬੂਜ਼ੇ ਅਮਰੂਦ ਤੇ ਉਹ ਤੈਨੂੰ ਪਤਾ ਜੇ ਲੈਣੇ ਤਾਂ ਲੈ ਲਈ ਨਹੀਂ ਮੈਨੂੰ ਨਹੀਂ ਪਤਾ। ਤੇ ਦੂਸਰਾ ਮੈਂ ਕੈਚਅਪ ਦਾ ਇੱਕ ਪੈਕਟ ਲੈ ਲੈ ਯਾਰ ਇੱਕ ਤੇ ਆਏ ਇੰਨਾ ਵੀ ਤਕੜਾ ਕੀ ਹੋਇਆ ਹਾਏ ਨਹੀਂ ਤੇ ਮੈਂ ਤਾਂ ਘਰ ਦਾ ਹੀ ਦਲੀਆ ਰੋਟੀ ਕਰਨਾ ਸੀ। ਦਲੀਆ ਰੋਟੀ ਮੈਂ ਕਹਿੰਦਾ ਅੱਜ ਦਲੀਆ ਰੋਟੀ ਕਰ ਲਓ ਵੈਸੇ। ਹਾਂ ਤੇ ਫਿਰ ਆ ਮੈਨੂੰ ਕਿਉਂ ਲੱਗ ਗਿਆ ਸੀ ਮੈਂ ਬਣਾ ਦੇ। ਅੱਜ ਨਾ ਸਿਰ ਦੁਖੀ ਜਾਂਦਾ ਹੈ ਤੇ ਬਾਹਰ ਅੱਲਾ ਜਾਣ ਤੂੰ ਨੂੰ ਦੁਆ ਮੰਗ ਨਮਾਜ਼ ਪੜ੍ਹ ਤੇ ਅੱਲਾ ਕੇ ਦੁਆ ਕਰ। ਨਮਾਜ਼ ਤੁਹਾਡੀ ਵੀ ਰਹਿੰਦੀ ਤੁਸੀਂ ਵੀ ਪੜੋ। ਤੇ ਮੈਂ ਤੂੰ ਇਸ ਤਰ੍ਹਾਂ ਕਰ ਜਲਦੀ ਸਾਰੀਆਂ ਚੀਜ਼ਾਂ ਲਿਆ ਦੇ ਨਮਾਜ਼ ਪੜ੍ਹ ਲੈ ਤੇ ਚੀਜ਼ਾਂ ਲਿਆ ਦੇ ਤੇ ਮੈਂ ਨਮਾਜ਼ ਪੜ੍ਹ ਕੇ ਨਾ ਚੀਜ਼ਾਂ ਦੀ ਤਿਆਰੀ ਕਰ ਲੈਨੇ ਆ ਤੇ ਫਿਰ ਇਨਸ਼ਾਅੱਲਾ ਤਾਲਾ ਜਦੋਂ ਤਿਆਰੀ ਕਰ ਲਈ ਆਪਾਂ ਤੇ ਫਿਰ ਆਪਾਂ ਬਹਿ ਕੇ ਤੇ ਜਦੋਂ ਬਣਾਉਣ ਲੱਗੇ ਸਮੋਸੇ ਤੇ ਪਕੌੜੇ ਤੇ ਫਿਰ ਆਪਾਂ ਸੋਹਣੀ ਜਿਹੀ ਇੱਕ ਵੀਡੀਓ ਬਣਾਵਾਂਗੇ ਆਪਣੇ ਭੈਣਾਂ ਭਰਾਵਾਂ ਵਾਸਤੇ। ਤੇ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤੇ ਇਹਨੂੰ ਲਾਈਕ ਕਰੋ। ਚਲੋ ਠੀਕ ਹੈ ਹਾਂ ਵੀਡੀਓ ਅੱਛਾ ਕੀ ਨਾਮ ਹੈ ਉਹਦਾ ਠੀਕ ਹੈ ਤੁਸੀਂ ਉੱਠ ਕੇ ਨਮਾਜ਼ ਪੜੋ ਤੇ ਆ ਫਿਰ ਜਿਹੜਾ ਨਾ ਬਸ ਮੈਂ ਨਮਾਜ਼ ਪੜ੍ਹਨ ਲੱਗੀ ਆ ਮੈਂ ਆਇਆ ਲੈ ਕੇ ਨਮਾਜ਼ ਪੜ੍ਹ ਕੇ ਆਜ਼ਾਨ ਹੋ ਗਈ ਹੈ। ਓਕੇ Later. ਇਹ ਟੋਪੀ ਦੀ ਬਾਤ ਹੈ ਉਹ ਲਾਲ ਟੋਪੀ ਫੜ ਲਾ ਉਹਦੇ ਚ ਪਾ ਲਾ ਜਿਹੜਾ ਮੈਂ ਵਿੱਚ ਰੱਖ ਹਾਂ ਵਿੱਚ ਰੱਖ ਦੇ। ਅਦਰਕ ਪਾਣੀ ਵਾਲਾ ਤਾਂ ਵਿੱਚ ਪਿਆਜ਼ ਨਹੀਂ ਬਣਾ ਦੇ ਠੀਕ ਹੈ ਲਸਣ ਅਦਰਕ ਦਸਨਾ ਅਦਰਕ ਆ ਗਿਆ ਮਾਲਟੇ ਵਿੱਚ ਰੱਖ ਦੇ ਮਿਰਚਾਂ ਨੂੰ ਕੁੱਟਣੇ ਆ ਉਸੇ ਕੀ ਕਰਾਂ ਮਿਰਚਾਂ ਨੂੰ ਕਰ ਲੈਂਦੇ ਹਾਂ ਸੱਚ ਤੋਂ ਨਾ ਮਾਇਨੇ ਤੋਂ ਫ੍ਰੀ ਦਿੱਤੀ ਤੇ ਨਹੀਂ ਕਿੰਨਾ ਕੰਪਨੀ ਦੇ ਵੀ ਹੈ ਉਹ ਨਾ ਆਗੇ ਨੂੰ ਥੋੜੀ ਕਰਨਾ ਅਮਰੂਦ ਨੂੰ ਤਿੰਨ ਪੱਕੇ ਹੋ ਲੱਗੇ ਸਿਰਫ ਮੈਂ ਤਿੰਨ ਚਲੋ ਉਹ ਹੀ ਕਰ ਲਾ ਇੱਕ ਕੱਟ ਲਾ ਬਸ ਇੱਕ ਕਾਫੀ ਹੈ। ਆ ਗਏ ਨੇ ਮਾਲਟੇ ਫੇਚ ਰਹੇ ਬਾਹਰ ਹੀ ਰੱਖ ਲਾ ਫ੍ਰਿਜ ਕੀ ਫ੍ਰਿਜ ਰੱਖ ਦੇ ਸਗੋਂ ਮਾਲਟੇ ਵਿੱਚ ਰਹੇ ਨਾ माल्टे से एक कंप्लीट में जो करना की है ਕੀ ਹੁਣ ਕੱਢਣਾ ਵਾ? कोई शायद करनी बात ਕੱਢੇ ਹੋ हाँ ਨਹੀਂ पक्की गल है ਪੱਕੀ ਗੱਲ ਆ। लो जी माल्टे भी रखे गए ने ए की है ਅਨਾਰ ਥੋੜਾ ਜਿਹਾ ਕੱਢਣਾ ਇਹਦੇ ਵਿੱਚ ਚਾੜ ਦੇ ਤੇ ਕਮੂਰ अनार ਕੱਢਣਾ बहुत महंगा यार भला की रेट ਥੋੜਾ ਥੋੜਾ ਪਾ ਲੈਣਾ ਇਹਨੂੰ ਚਾਰ ਚਦਾਣੇ ਪਾ ਲਾ की रेट देता भला ਪਤਾ ਨਹੀਂ अंदाजा ਅੰਦਾਜ਼ਾ ਬਹੁਤ ਮਹਿੰਗਾ ਹੋਊਗਾ ਮੈਨੂੰ ਤਾਂ ਪਤਾ ਨਹੀਂ कितना 400 500 ਹੋਊ 700 रुपए किलो ਲੈ मैं क्या भाई इतना महंगा कहता पाकिस्तानी अनार नहीं है ਇਹ ਕੋਈਆ ਤੋਂ ਆਇਆ कहता है पाकिस्तानी अनार है आ ते आलू नहीं ਆਲੂ ਮੈਂ ਰੱਖਿਆ ਟਿੱਕੀਆਂ ਬਣਾਉਣ ਦੇ ਪੈਰੇ ਨੇ ਫ੍ਰਿਜ ਰੱਖ ਦੇ तो मुझे मैं कहना छड़ो पड़े तो ਰਹਿਣ ਦੇ ਨਾ ਉਹ ਵਿੱਚ ਰਹਿਣ ਦੇ ਪਾਉਣ ਨੂੰ ਆਹ ਹੀ ਪਾ ਲਾ ਜਿਹੜਾ ਵਾ। ਜੇ ਪਾਉਣਾ ਤਾਂ ਥੋੜਾ ਜਿਹਾ ਪਾ ਲਾ आलू दिख रहा है ਇੱਧਰ ਆ ਦੇ ਫ੍ਰਿਜ ਚ अनार भी एक बेच रहा है ਰੱਖ ਦੇ ਅੱਧਾ ਕੁ ਪਾ ਲਾ ਨਾਲ ਅੱਧੇ ਤੋਂ ਥੋੜਾ ਹੀ ਪਾ ਲੈ क्यों ਮੈਂ ਟੇਸਟੀ ਬਣਾਉਣਾ ਆਪਾਂ ਕਿਹੜਾ ਕੇ ओके अमरूद भी बेचता है अमरूद एक ही बंदे को है सी सिर्फ एक की था ਇਹ ਸਬਜ਼ੀਆਂ ਹੈ दुनिया सब्जियां ਜ਼ਿਆਦਾ ਨਹੀਂ ਫਰਾਈ ਪੈਨ ਛੋਟਾ ਜਿਹਾ ਪਲੇਟ ਤਰ੍ਹਾਂ ਦਾ ਹੈ ਲੋ ਜੀ ਫਰੂਟ ਫਰਾਟ ਸਾਰਾ ਕੱਢ ਕੇ ਰੱਖ ਲਿਆ ਠੀਕ ਹੈ ਇਹ ਥੋੜਾ ਜਿਹਾ ਬਾਹਰ ਰੱਖ ਰਿਹਾ ਮੈਂ ਤੇ ਅਨਾਰਾਂ ਦਾ ਰੇਟ ਸੁਣ ਕੇ ਹੈਰਾਨ ਅਨਾਰ ਪਾਇਨ 700 ਰੁਪਏ ਕਿਲੋ 700 ਰੁਪਏ ਕਿਲੋ ਮੈਂ ਕਿਹਾ ਕੋਈ ਉਹ ਨਾ ਇੱਕ ਬੰਦਾ ਉੱਥੇ ਖਲੋਤਾ ਹੈ ਤੇ ਬੰਦਾ ਕਹਿੰਦਾ ਜੀ ਮੈਂ ਨਾ ਅਨਾਰ ਦਾ ਇੱਕ ਦਾਣਾ ਦੇ ਦੇ ਠੀਕ ਹੈ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਉਹਨੇ ਇੱਕ ਦਾਣਾ ਟੋਕਰੀ ਰੱਖਿਆ ਕਹਿੰਦਾ 450 ਰੁਪਏ ਦਾ
ਠੀਕ ਹੈ। ਉਹ ਮੈਂ ਸੋਚਿਆ ਮੈਂ ਕਿਹਾ ਇਹ ਤੇ ਕੋਈ 2000 ਰੁਪਏ ਕਿਲੋ ਹੋਣੇ ਨੇ। ਮੈਂ ਉਹਨੂੰ ਪੁੱਛਿਆ ਕਹਿੰਦਾ 500-700 ਰੁਪਏ ਕਿਲੋ। ਹਰ ਚੀਜ਼ ਨੂੰ ਅੱਗ ਲੱਗੀ ਪਈ ਹੈ। ਰੇਟ ਉਹਨਾਂ ਨੇ ਰਮਜ਼ਾਨ ਦੀ ਵਜ੍ਹਾ ਤੋਂ ਰੇਟ ਜਿਹੜਾ ਸਸਤਾ ਕਰਨਾ ਚਾਹੀਦਾ। ਹਰ ਚੀਜ਼ ਦਾ ਰੇਟ ਜਿਹੜਾ ਨਾ ਸਬਜ਼ੀ ਵਾਲਿਆਂ ਨੇ ਤੇ ਫਰੂਟ ਵਾਲਿਆਂ ਨੇ ਚੱਕ ਕੇ ਡਬਲ ਕੀਤਾ ਪਿਆ। ਉਹ ਵੀ ਵਿਚਾਰਿਆਂ ਨੇ ਕੀ ਕਰਨਾ, ਪਿੱਛੋਂ ਹੀ ਮਹਿੰਗਾ ਆ ਰਿਹਾ ਉਹਨੂੰ। ਲੇਕਿਨ ਇਹ ਹੈ ਕਿ ਰੇਟ ਜਿਹੜਾ ਥੱਲੇ ਆਉਣਾ ਚਾਹੀਦਾ, ਲੋ ਹੋਣਾ ਚਾਹੀਦਾ, ਉਹ ਚੀਜ਼ਾਂ ਦੇ ਰੇਟ ਉੱਪਰ ਗਏ ਹੋਏ ਨੇ। ਤੇ ਇੱਧਰ ਤੜਕਿਆਂ ਤੇ ਤੜਕੇ ਲੱਗੇ ਪਏ ਨੇ। ਇੱਕ ਮੈਕਰੋਨੀ ਬਣਾ ਰਹੀ ਆ ਬਈ ਸਮੋਸੇ ਤੇ ਰੋਲ ਦਾ ਮਸਾਲਾ। ਤੇ ਮਟਰ ਕੀ ਕਰਨੇ ਵਿੱਚ ਹੈ? ਕਾਦੇ ਲਈ? ਮਟਰ ਵੀ ਵਿੱਚ ਪਾਣੇ ਆ। ਕਾਦੇ 'ਚ? ਉਹ ਜਿਹੜਾ ਰੋਲ ਭਰਨ ਵਾਸਤੇ ਸਮੋਸੇ ਭਰਨ ਵਾਸਤੇ ਬਣਾਉਣਾ ਵਾ। ਸਾਰੀਆਂ ਸਬਜ਼ੀਆਂ ਪਾ ਦੇਣੀਆਂ ਉਹਦੇ 'ਚ? ਸਾਰੀਆਂ ਸਬਜ਼ੀਆਂ, ਗਾਜਰ, ਮਟਰ, ਆਲੂ, ਫਿਰ ਹੈ ਵਾ ਦੂਸਰਾ ਕੀ ਬੰਦ ਗੋਭੀ, ਸ਼ਿਮਲਾ ਤੇ ਵਿੱਚ ਹੈ ਕੀਮਾ। ਲੋ ਜੀ, ਹੁਣ ਵਾਵਾ ਸਾਰਾ ਸਮਾਨ ਇਕੱਠਾ ਹੋ ਗਿਆ। ਹੁਣ ਟਾਈਮ ਰਹਿ ਗਿਆ ਇਫਤਾਰੀ ਦਾ ਥੋੜਾ, ਤੇ ਇਹ ਸਾਰਾ ਕੁਝ ਜਿਹੜਾ ਬਣਾ ਕੇ ਤੇ ਫਿਰ ਚੈੱਕ ਕਰਕੇ ਤੇ ਫਿਰ ਤੁਹਾਨੂੰ ਦੱਸਦੇ ਆ ਕਿ ਕਿਵੇਂ ਬਣਦਾ। ਠੀਕ ਹੈ? ਯੈਸ ਏ ਗੁੱਡ ਏ ਕੰਮ। ਓਕੇ ਓਕੇ ਕਰੋ। Later. ਲੋ ਜੀ, ਰੋਜ਼ਾ ਖੁੱਲ ਗਿਆ ਤੇ ਸਾਡੀ ਇਫਤਾਰੀ ਜਿਹੜੀ ਨਾ ਲੇਟ ਹੋ ਗਈ ਹੈ। ਸਾਡੀਆਂ ਅੱਜ ਸਮੋਸੀਆਂ ਵੀ ਵਿੱਚ ਹੀ ਪਈਆਂ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਕੰਮ ਹੀ ਗੋਲਮੋਲ ਹੈ ਤੇ ਰੋਜ਼ਾ ਖੁੱਲ ਗਿਆ। ਮੈਂ ਪਹਿਲੇ ਕਹਿ ਰਿਹਾ ਸੀ ਕੰਮ ਲੇਟ ਹੋ ਜਾਣਾ ਤੇ ਕੰਮ ਲੇਟ ਹੋ ਹੀ ਗਿਆ। ਪਾਈਆਂ ਉਹਦੇ ਫਿਰ ਲੇਟ ਹੀ ਹੋਣਾ। ਮੇਰੀ ਗਲਤੀ? ਹੋਰ ਕਿੰਨੀ ਗਲਤੀ? ਤੁਸੀਂ ਉਹ ਥੋੜਾ ਬਣਾ ਲੈਂਦੇ। ਹੁਣ ਘੰਟੇ ਬਾਅਦ ਆਇਆ ਹੈ। ਉਹ ਕਿੰਨੇ ਦੇਰ 'ਚ ਕਿ ਤੁਹਾਡੇ ਥੋੜਾ ਬਣਾ ਲੈਣਾ ਸੀ ਵੀ। ਥੋੜਾ ਬਣਾਇਆ ਹੁੰਦਾ ਟਾਈਮ ਨਾਲ ਬਣ ਜਾਂਦਾ। ਚਲੋ ਹੁਣ ਬਣ ਗਿਆ ਤੇ ਰੋਜ਼ ਤਾਂ ਵਕਤ ਪਏਗਾ। ਹੁਣ ਭੱਜ ਕਰਦੇ ਆ। 2000 years later. ਜਿਸ ਟਾਈਮ ਵੀ ਮੈਂ ਪਿੰਡ ਜਾਂਦਾ ਨਾ ਤੇ ਪਿੰਡ ਆਉਣ ਤੋਂ ਬਾਅਦ ਮੈਂ ਖੁਦ ਵੀ ਪਿੰਡ ਦਾ ਹੀ ਹਾਂ। ਠੀਕ ਹੈ? ਤੇ ਪਤਾ ਨਹੀਂ ਕੀ ਹੁਣ ਜਿਸ ਟਾਈਮ ਮੈਂ ਪਿੰਡੋਂ ਵਾਪਸ ਆਉਣਾ ਨਾ ਤੇ ਮੇਰਾ ਐਸਾ ਸਿਰ ਦਰਦ ਸ਼ੁਰੂ ਹੁੰਦਾ ਕਿ 2 ਰੋਜ਼ੇ ਹੋਏ ਇਸ ਤਰ੍ਹਾਂ ਹੀ ਹੋਇਆ। ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ। ਮਤਲਬ ਤਬੀਅਤ ਕੀ ਖਰਾਬ ਹੋਣੀ, ਸਿਰ ਦਰਦ ਸ਼ੁਰੂ ਹੋ ਜਾਂਦਾ। ਤੇ ਕੱਲ ਇਫਤਾਰੀ ਤੋਂ ਬਾਅਦ ਐਸਾ ਮੈਂ ਕੋਈ ਸੋਚਿਆ ਕਿ ਇਫਤਾਰੀ ਤੋਂ ਬਾਅਦ ਕੋਈ ਘੰਟਾ ਕੁ ਮੈਂ ਕਿਹਾ ਲੇਟ ਲੈਨੇ ਆ। ਤੇ ਉਸ ਤੋਂ ਬਾਅਦ ਮੇਰੀ ਇੱਕ ਮੀਟਿੰਗ ਸੀ। ਮੈਂ ਕਿਹਾ ਮੀਟਿੰਗ ਕਰਨੀ ਹੈ ਤੇ ਚਲੋ ਕੋਈ ਟਾਈਮ ਲੰਘ ਜਾਏਗਾ। ਇਫਤਾਰੀ ਕਰਨ ਤੋਂ ਬਾਅਦ ਐਸਾ ਮੈਂ ਘੰਟੇ ਵਾਸਤੇ ਲੇਟਿਆ। ਐਸੀ ਅੱਖ ਲੱਗੀ ਹੈ ਕਿ ਮੀਟਿੰਗ ਹਰ ਸ਼ਾਇਦ ਲੰਘ ਨੂੰ ਗਈ, ਕੁਝ ਖਾਧਾ ਪੀਤਾ ਵੀ ਨਹੀਂ। ਬਸ ਇਫਤਾਰੀ ਥੋੜ੍ਹੀ ਬਹੁਤ ਸ਼ੋਰਟ ਜਿਹੀ ਕੀਤੀ ਹੈ। ਨਮਾਜ਼ ਵੀ ਰਹਿ ਗਈ ਇਸ਼ਾ ਦੀ, ਸਾਰਾ ਕੁਝ ਰਹਿ ਗਿਆ। ਤੇ ਜਾ ਕੇ ਮੇਰੀ ਅੱਖ ਖੁੱਲੀ ਹੈ ਕੋਈ 2 ਵਜੇ। ਹੁਣ ਸਹਿਰੀ ਦਾ ਟਾਈਮ ਹੈ ਤੇ ਵਾਲਦਾ ਜਿਹੜੀ ਇੱਧਰ ਆਟੇ ਸ਼ਾਟੇ ਗੁੰਨੀ ਜਾ ਰਹੀ ਹੈ ਤੇ ਉਹ ਐਸਾ ਸਿਰ ਦਰਦ ਸ਼ੁਰੂ ਹੋਇਆ। ਲੇਕਿਨ ਮਜ਼ੇ ਦੀ ਗੱਲ ਇਹ ਕਿ ਨੀਂਦ ਤੋਂ ਬਾਅਦ ਵੀ ਸਿਰ ਦਰਦ ਨਹੀਂ ਖਤਮ ਹੋਇਆ। ਸਿਰ ਦਰਦ ਹਜੇ ਵੀ ਇੰਝ ਹੀ ਹੈ। ਨਾ ਕੋਈ ਵੀਡੀਓ ਅਪਲੋਡ ਹੋਈ, ਨਾ ਕੋਈ ਐਡੀਟਿੰਗ ਹੋਈ, ਨਾ ਮੇਰੀ ਮੀਟਿੰਗ ਉਹ ਵੀ ਰਹਿ ਗਈ। ਸਾਰਾ ਦਾ ਸਾਰਾ ਕੁਝ ਸੈਂਟਰ 'ਚ ਰਹਿ ਗਿਆ। ਤੇ ਮੈਨੂੰ ਲੱਗਦਾ ਪਹਿਲਾਂ ਕਿਹਾ ਸੀ ਕਿ ਵੀ ਚਾਹ ਪੀ ਕੇ ਦਵਾਈ ਖਾ ਕੇ ਤੇ ਫਿਰ ਸੌਂ। ਤੂੰ ਤੇ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿੱਥੇ ਸੁੱਤਾ ਪਿਆ। ਮੈਂ ਨਮਾਜ਼ ਪੜ੍ਹ ਕੇ ਉੱਠੀ ਆ, ਤੂੰ ਸੁੱਤਾ ਸੀ। ਮੈਂ ਫਿਰ ਜਗਾਇਆ ਹੀ ਨਹੀਂ। ਚਾਹ ਮੈਨੂੰ ਲੱਗਦਾ ਤੁਸੀਂ ਵੀ ਨਹੀਂ ਪੀਤੀ। ਨਹੀਂ, ਦੁੱਧ ਜਿੱਥੇ ਰੱਖਿਆ ਸੀ ਉੱਥੇ ਪਿਆ। ਮੈਂ ਚਾਹ ਬਣਾਈ ਨਹੀਂ। ਨਹੀਂ ਤੇ ਮੈਂ ਤੁਹਾਨੂੰ ਕਿਹਾ ਸੀ ਚਾਹ ਪੀਨੇ ਆ। ਮੈਂ ਤੁਹਾਨੂੰ ਕਿਹਾ ਸੀ ਮੈਨੂੰ 9 ਵਜੇ ਉਠਾ ਦੇਣਾ, ਮੈਂ 1 ਘੰਟਾ ਸੋਣਾ। 1 ਘੰਟਾ ਮੈਂ ਸੋਚਿਆ ਕਿ 1 ਘੰਟਾ ਸੋ ਲਵਾਂ ਕਿਉਂਕਿ ਮੇਰੀ ਮੋਸਟਲੀ ਆਦਤ ਹੈ ਕਿ ਮੈਂ ਜਿਸ ਟਾਈਮ ਥੋੜਾ ਜਿਹਾ ਸੋ ਲੈਣਾ ਉਸ ਤੋਂ ਮੇਰੇ ਸਿਰ ਦਰਦ ਖਤਮ ਹੋ ਜਾਂਦਾ। ਉਹ ਮੈਂ ਬਹੁਤ ਤਰਾਬੀਆਂ ਪੜ੍ਹਦੀ ਨੀਂਦ ਆਣੀ ਸ਼ੁਰੂ ਹੋ ਗਈ ਤੇ ਮੈਂ ਤਰਾਬੀਆਂ ਬੜੀਆਂ ਦੁਆ ਮੰਗੀ ਤੇ ਬਸ ਲੇਟੀ ਤੇ ਸੋਣੀ। ਮੈਨੂੰ ਜਾਗ ਨਹੀਂ ਆਈ। ਆ ਮੈਂ ਤੇ ਹੁਣ ਉੱਠ ਕੇ ਤਜਦ ਪੜ੍ਹੀ ਏ, ਹੁਣ ਜਾਗੀ ਆ। ਮੈਂ ਕੱਪੜੇ ਵੀ ਕੋਈ ਨਹੀਂ ਚੇਂਜ ਕੀਤੇ, ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਮੈਂ ਆ ਕੇ ਲੇਟਿਆ। ਹਾਲਾਂਕਿ ਮੈਂ ਅੰਦਰ ਪੈਣਾ, ਮੈਂ ਉੱਥੇ ਪਰਲੇ ਮੰਜੇ ਦੇ ਉੱਤੇ ਲੇਟਿਆ ਸੀ ਥੋੜੀ ਦੇਰ ਵਾਸਤੇ। ਮੈਂ ਕਿਹਾ ਥੋੜੀ ਦੇਰ ਬਾਅਦ ਉੱਠ ਹੀ ਪੈਣਾ। ਹੂਟਰ ਵੱਜਣ ਲੱਗ ਗਿਆ। ਮੈਨੂੰ ਲੱਗਦਾ ਸਹਿਰੀ ਦਾ ਟਾਈਮ ਹੀ ਥੋੜਾ ਰਹਿ ਗਿਆ। ਹਾਂਜੀ ਮਾਸ਼ਾਅੱਲਾ, ਅੱਜ 5ਵੀਂ ਸਹਿਰੀ ਦਾ ਟਾਈਮ ਹੋ ਗਿਆ ਹੈ ਤੇ ਮਾਸ਼ਾਅੱਲਾ ਜੀ ਮੇਰੇ ਵੀਰ ਭੈਣਾਂ ਭਰਾ ਸਭ ਉੱਠ ਗਏ ਹੋਣਗੇ। ਅੱਲਾਹ ਤਾਲਾ ਸਭ ਨੂੰ ਹਿੰਮਤ ਦੇਵੇ, ਤੌਫੀਕ ਦੇਵੇ ਨਮਾਜ਼ ਪੜ੍ਹਨ ਦੀ, ਰੋਜ਼ਾ ਰੱਖਣ ਦੀ, ਜ਼ਕਾਤ ਦੇਣ ਦੀ ਤੇ ਅੱਲਾਹ ਤਾਲਾ ਸਭ ਮੁਸਲਮਾਨਾਂ ਤੇ ਤੰਦਰੁਸਤੀ ਤੇ ਰਹਿਮਤ ਕਰੇ। ਤੇ ਹਾਂਜੀ ਹੁਣ ਸਾਰੇ ਤਿਆਰੀ ਕਰੋ। 2 ਮਿੰਟ ਪਹਿਲੇ ਉੱਠ ਜਾ ਕਰੋ, ਤਜਦ ਪੜਿਆ ਕਰੋ। ਇਹਦਾ ਵੀ ਬਹੁਤ ਹੀ ਫਜ਼ੀਲਤ ਹੈ ਤੇ ਹਰ ਮੁਸਲਮਾਨ ਨੂੰ ਚਾਹੀਦਾ। ਇਹ ਜ਼ਰੂਰੀ ਨਹੀਂ ਹੈ ਕਿ ਕੰਮ ਦੇ ਟਾਈਮ ਉੱਠੋ, ਨਹੀਂ, ਚੰਦ ਮਿੰਟ ਪਹਿਲੇ ਉੱਠੋ, ਆਪਣੇ ਆਪ ਨੂੰ ਰਿਲੈਕਸ ਕਰੋ, ਨਮਾਜ਼ ਪੜੋ, ਫਿਰ ਆਪਣਾ ਕੰਮ ਸ਼ੁਰੂ ਕਰੋ। ਮੇਰੀ ਈਸ਼ਾ ਵੀ ਰਹਿ ਗਈ ਵਿੱਚ, ਕੋਈ ਵੀ ਨਹੀਂ ਪੜੀ ਤੇ ਇਹ ਤਾਂ ਪੁੱਤਰ ਤੈਨੂੰ ਡੰਡੇ ਨਾਲ ਹੀ ਖਾਣਾ ਪਿਆ ਕਰਨਾ ਪਊਗਾ। ਡੰਡੇ ਨਾਲ ਕੀ ਠਾਣਾ। ਮੈਂ ਥੋੜੀ ਦੇਰ ਵਾਸਤੇ ਲੰਮਾ ਪਿਆ। ਹਜੇ ਵੀ ਮੇਰਾ ਜਿਹੜਾ ਨਾ ਇਹ ਇਹਨਾਂ ਸਿਰ ਜਿਹੜਾ ਉਂਝ ਦੁਖੀ ਜਾਂਦਾ। ਇਹ ਇੱਧਰਲੀ ਅੱਖ ਦੁਖਦੀ, ਮੈਨੂੰ ਲੱਗਦਾ ਸ਼ਾਇਦ ਅੱਖ ਵੱਜਣ ਵਾਲੀ ਹੈ ਤਾਂ ਮੇਰੀ ਅੱਖ ਦੁਖਦੀ ਹੈ। ਅੱਲਾ ਤੋਂ ਖੈਰ ਮੰਗ, ਤੋਬਾ ਕਰ। ਸਵੇਰ ਤੇਰੀ ਅੱਖ ਵੱਜਦੀ ਹੈ, ਤੇਰੀ ਅੱਖ ਡੰਡੇ ਨਾਲ ਸਹੀ ਕਰਨੀ ਪੈਣੀ। ਨਹੀਂ ਮੈਂ ਕਿਹਾ ਇੱਧਰ ਇੰਨੀ ਨਹੀਂ ਦੁਖਦੀ ਹੈ ਨਾ, ਇੰਨਾ ਦਾ ਹਿੱਸਾ ਇਹ ਇੰਨਾ ਕੁ ਪਾਰਟ ਅੱਧਾ ਹੈ। ਠੀਕ ਹੈ, ਕੀ ਪਤਾ ਇੱਧਰੋਂ ਅੱਖ ਵੱਜਣੀ ਹੋਵੇ। ਹੋਰ ਗੱਲ ਕੋਈ ਨਹੀਂ ਹੈ, ਤੈਨੂੰ ਟੱਬੇ ਫਿਰਨ ਵਾਲੇ ਆ। ਹਾਂ ਟੰਬੇ ਫਿਰਨ ਵਾਲੇ ਹੁਣ ਟੰਬੇ ਹੀ ਰਹਿ ਗਏ। ਹੁਣ ਹੋਰ ਮਗਰ ਕੀ ਰਹਿ ਜਾਂਦਾ। ਚਲੋ ਜੀ ਠੀਕ ਹੈ, ਹੁਣ ਵਲੌਗ ਕਰ ਰਹੇ ਹਾਂ ਵਾਲਾ ਆਪਾਂ ਐਂਡ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਤੇ ਦੋਸਤਾਂ ਦੇ ਨਾਲ ਜਿਹੜਾ ਨਾ ਸ਼ੇਅਰ ਵੀ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਜਿਹੜਾ ਹੈ ਨਾ ਉਹ ਵੀ ਨੱਪ ਦੇਣਾ ਤਾਂ ਕਿ ਨੋਟੀਫਿਕੇਸ਼ਨ ਆਉਂਦਾ ਰਹੇ ਹਰ ਵੀਡੀਓ ਦਾ। ਤੇ ਬਾਕੀ ਮਿਲਦੇ ਹਾਂ ਇਨਸ਼ਾਅੱਲਾ ਨੈਕਸਟ ਵਲੌਗ ਦੇ ਵਿੱਚ। ਤੇ ਰੱਬ ਰਾਖਾ, ਅੱਲਾ ਹਾਫਿਜ਼।